ਅਸੀਂ ਦੋਨਾਂ ਨੇ 1976 'ਚ ਇਹ ਸਕੂਲ ਜਿਹੜਾ ਬੰਗੇ ਆ ਕੇ ਸਟਾਰਟ ਕਰਨ ਵਾਸਤੇ ਇੱਕ ਰੈਂਟਡ ਬਿਲਡਿੰਗ ਲਿੱਤੀ। ਉੱਥੋਂ ਫਿਰ ਅਸੀਂ ਕਿਰਾਏ ਦੀ ਬਿਲਡਿੰਗ 'ਚ ਯੰਗ ਏਜ 'ਚ ਸਟਾਰਟ ਕਰਤਾ। ਤੁਸੀਂ ਸਰਕਾਰੀ ਛੱਡ ਕੇ ਪ੍ਰਾਈਵੇਟ ਸੈਕਟਰ ਦੇ ਵਿੱਚ ਆ ਗਏ ਤਾਂ ਇੱਕ ਚੈਲੰਜ ਮੰਨਦੇ ਸੀਗੇ ਉਸ ਸੁਖਵਿੰਦਰ ਜੀ, ਅਸੀਂ ਮਿਸ਼ਨਰੀ ਸੀ। ਸਾਡੇ ਦਿਮਾਗ 'ਚ ਵੀ ਪਹਿਲਾਂ ਐਜੂਕੇਸ਼ਨ 'ਚੋਂ ਕਰਪਸ਼ਨ ਖਤਮ ਕਰੀਏ, ਚੰਗੇ ਸਿਟੀਜ਼ਨ ਪੈਦਾ ਕਰੀਏ, ਤਾਂ ਹੀ ਕੰਟਰੀ ਦਾ ਸੁਧਾਰ ਹੋਏਗਾ। ਤੇ ਅਸੀਂ ਬੰਗੇ 'ਚ ਇੱਕ ਡਿਫਰੈਂਟ ਐਜੂਕੇਸ਼ਨ ਜਿਹੜੀ ਹੈ 2 ਮਹੀਨੇ 'ਚ ਹੀ ਲੋਕਾਂ ਨੂੰ ਦਿਖਾ ਦਿੱਤੀ ਵੀ ਇਹ ਡਿਫਰੈਂਟ ਹੈ। ਅਸੀਂ ਫਿਰ ਇਹ ਜਗ੍ਹਾ 1980 'ਚ ਲੈ ਲਈ। ਕਜਲਾ ਰੋਡ 'ਤੇ ਅਸੀਂ ਆਲਮੋਸਟ 8 ਕਨਾਲ ਜਗ੍ਹਾ ਲੈ ਲਈ। ਠੀਕ ਹੈ, ਜਿੱਦਾਂ ਇੱਕ ਮੇਰਾ ਸਟੂਡੈਂਟ ਹੈ ਨਿਊਯਾਰਕ 'ਚ, ਉਹ ਗੈਸਟਰੋਐਂਟਰੋਲੌਜੀ ਦਾ ਜਸਪ੍ਰੀਤ ਸਿੰਘ टॉप डॉक्टर है न्यूयॉर्क का। सिमिलरली कैलिफोर्निया के कई डॉक्टर हैं कि बच्चों को स्किल जो है वो डेवलप की जाए। एज अब CBSE ने भी जो गाइडलाइन दी हुई है या न्यू एजुकेशन पॉलिसी है उसमें भी यही है कि बच्चे को जो है वो स्किल ज़रूर आने चाहिए। तो हमारा जो कोशिश रहती है वो जो टीचिंग है वो हम जो है प्रैक्टिकली बच्चों को ज़्यादा करवाते हैं। हमारी सारी क्लासेस में जो है वो टच बोर्ड लगे हुए हैं, पैनल लगे हुए हैं, तो उनको एनिमेशन के थ्रू जो है हम सिखाते हैं। ਤਾਂ ਕਿੰਨਾ ਕੁ ਸਟਾਫ ਹੈਗਾ सर हमारे पास मोर देन 50 स्टाफ है। जो कंप्यूटर का है सर उसमें हमने 50-50 किया हुआ है कि आपने जो हमारा एग्ज़ाम भी आता है वो 50% आपका प्रैक्टिकल होगा, चाहे वो फर्स्ट क्लास का है, चाहे वो 10th क्लास का है, चाहे 9th क्लास का है। फिर वो लैब में जाते हैं, फिर लैब में 1-to-1 कंप्यूटर के ऊपर वो करते हैं। और हमारे पास जो है लेटेस्ट टेक्नोलॉजी हम प्रोवाइड करते हैं। ਮੈਂ ਦੇਖ ਰਿਹਾ ਸੀ ਇੰਡੋਰ ਸਟੇਡੀਅਮ ਤੱਕ ਤੁਸੀਂ ਬਣਾਏ ਹੋਏ ਨੇ ਇੱਥੇ, ਤਾਂ ਇਹ ਮੈਨੂੰ ਲੱਗਦਾ ਨਹੀਂ ਵੀ ਬੰਗਾ ਦੇ ਵਿੱਚ ਕਿਸੇ ਹੋਰ ਸਕੂਲ ਦੇ ਵਿੱਚ ਮੈਂ ਇੰਡੋਰ ਸਟੇਡੀਅਮ ਦੇਖੇ ਹੋਣ। ਤਾਂ ਇਹ ਸਪੋਰਟਸ ਨੂੰ ਲੈ ਕੇ ਵੀ ਇੱਕ ਵੱਖਰਾ ਵਿਜ਼ਨ ਹੈ, ਬੱਚੇ ਤੰਦਰੁਸਤ ਤਾਂ ਹੋਣਗੇ ਪਰ ਖੇਡਾਂ ਦੇ ਵਿੱਚ ਵੀ ਮਤਲਬ वो फैसिलिटी दिया। आई थिंक सो चंडीगढ़ में भी किसी स्कूल में इतना बड़ा ऑडिटोरियम नहीं होगा जो हमने बंगा में दिया। तो दिस इज़ द मिशन ऑफ It is very pleasant to study here. We are studying from very few years and we are very happy to study here. सर रोशन प्रिंस जी वो हमारे स्टूडेंट रहे हैं। हाँ जी, जड़े सिंगर ने, एक्टर ने, ठीक है कि नहीं। तो हमें बहुत खुशी होती है हम जब लोगों को ये बात बताते हैं। ਸਤਿ ਸ਼੍ਰੀ ਅਕਾਲ, ਹਮਦਰਦ TV ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਕਹਿੰਦੇ ਨੇ ਇਨਸਾਨ ਦੇ ਸਰਬਪੱਖੀ ਵਿਕਾਸ ਦੇ ਵਿੱਚ ਉਸਦੀ ਚੰਗੀ ਸਕੂਲਿੰਗ ਹੋਣਾ ਬਹੁਤ ਜ਼ਰੂਰੀ ਹੈ ਤੇ ਚੰਗੀ ਸਕੂਲਿੰਗ ਤਾਂ ਹੀ ਹੋ ਸਕਦੀ ਹੈ ਜੇਕਰ ਉਸ ਸਕੂਲ ਦਾ ਮੁਖੀਆ, ਉਸਦੇ ਸੰਸਥਾਪਕ ਤੇ ਉਸਦਾ ਵਾਤਾਵਰਨ, ਉਸਦਾ ਮਾਹੌਲ ਸਿਰਜਣਾਤਮਕ ਹੋਵੇ। ਅਸੀਂ ਇਸ ਟਾਈਮ ਬੰਗਾ ਦੇ ਸਕੂਲ ਦੇ ਵਿੱਚ ਸਤਲੁਜ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਮੌਜੂਦ ਹਾਂ ਤੇ ਇਸ ਸਕੂਲ ਦੇ MD PS ਪੁਨੀਆ ਜੀ ਸਾਡੇ ਨਾਲ ਨੇ। ਗੱਲਬਾਤ ਕਰਦੇ ਹਾਂ। ਪਿਛਲੇ ਲੰਬੇ ਸਮੇਂ ਤੋਂ ਇਹ ਸਿੱਖਿਆ ਖੇਤਰ ਦੇ ਵਿੱਚ ਇੱਕ ਵੱਡਮੁੱਲਾ ਯੋਗਦਾਨ ਪਾ ਰਿਹਾ। ਬਹੁਤ ਸਾਰੇ ਵਿਦਿਆਰਥੀ ਇਸ ਸਕੂਲ ਤੋਂ ਪੜ੍ਹ ਕੇ ਅੱਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਅਮਰੀਕਾ, ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਆਪਣਾ ਰੋਜ਼ਗਾਰ ਕਮਾ ਰਹੇ ਨੇ। ਤਾਂ ਸਾਡੇ ਨਾਲ PS ਪੁਨੀਆ ਜੀ MD ਨੇ ਸਤਲੁਜ ਪਬਲਿਕ ਸਕੂਲ ਦੇ। ਸਰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਜੀ। ਸਰ ਸੰਸਥਾ ਇੱਕ ਅਜਿਹੀ ਸੰਸਥਾ ਦਾ ਨਿਰਮਾਣ ਕਰਨਾ ਜਿਹੜੀ ਬੱਚੇ ਨੂੰ, ਇਨਸਾਨ ਨੂੰ ਇੱਕ ਅਜਿਹਾ ਗਹਿਣਾ ਦਿੰਦੀ ਹੈ ਜਿਹੜੀ ਉਸਦੇ ਆਖਰੀ ਸਾਹਾਂ ਤੱਕ ਉਹਦੇ ਕੋਲ ਰਹਿੰਦੀ ਹੈ। ਬਿਲਕੁਲ ਠੀਕ। ਕਿੰਨੇ ਸਾਲ ਹੋ ਗਏ ਇਸ ਲਾਈਨ ਦੇ ਵਿੱਚ, ਇਸ ਸੰਸਥਾ ਨੂੰ ਬਣਾਉਂਦਿਆਂ? ਕਹਿੰਦੇ 40-45 ਸਾਲ ਹੋ ਗਏ ਨੇ ਮਿਹਨਤ ਕਰਦੇ ਆ ਸਕੂਲ ਦੇ। ਬਿਲਕੁਲ ਸੁਖਵਿੰਦਰ ਜੀ। ਐਕਚੁਅਲੀ ਵੈਨ ਆਈ ਕੰਪਲੀਟਡ ਮਾਈ ਐਜੂਕੇਸ਼ਨ ਜਲੰਧਰ ਦੁਆਬਾ ਕਾਲਜ MSc ਮੈਥਮੈਟਿਕਸ, ਸੋ ਆਈ ਜੁਆਇਨਡ in government school as a science teacher. Then I taught there for 6 months. ਤੇ ਉੱਥੇ ਜਾ ਕੇ ਮੈਂ ਸੁਖਵਿੰਦਰ ਜੀ ਦੇਖਿਆ ਵੀ ਟੀਚਰ ਜਿਹੜੇ ਉਹ ਕੰਮ ਨਹੀਂ ਕਰਦੇ, ਬੱਚਿਆਂ 'ਚ ਡਿਸਿਪਲਿਨ ਹੈ ਨਹੀਂ, ਰੈਗੂਲਰਿਟੀ ਹੈ ਨਹੀਂ, ਪੰਕਚੁਅਲਿਟੀ ਹੈ ਨਹੀਂ। ਈਵਨ ਦਾ ਹੈਡ ਮਾਸਟਰ ਜਿਹੜੇ ਸੀ ਉਹ ਕੋਈ ਜ਼ਿੰਮੇਵਾਰੀ ਲੈਂਦੇ। ਇਹ ਗੱਲ 1968 ਦੀ ਹੈ। ਤੇ ਮੈਂ ਸੋਚਿਆ ਵੀ ਇਹ 'ਚ ਬਹੁਤ ਸੁਧਾਰ ਦੀ ਲੋੜ ਹੈ। ਅਸੀਂ ਚੰਗੇ ਸਿਟੀਜ਼ਨ ਤਾਂ ਹੀ ਪੈਦਾ ਕਰ ਸਕਦੇ ਜੇ ਕਿਸੇ ਕੰਟਰੀ ਦੀ ਜਾਂ ਸਟੇਟ ਦੀ ਐਜੂਕੇਸ਼ਨ ਵਧੀਆ ਹੋਏਗੀ। ਸੋ ਫਿਰ ਮੈਨੂੰ ਚਾਂਸ ਮਿਲਿਆ ਇੱਕ ਪ੍ਰਾਈਵੇਟ ਸਕੂਲ ਜੁਆਇਨ ਕਰਨ ਦਾ ਚੰਡੀਗੜ੍ਹ। ਉੱਥੇ ਮੈਂ ਦੇਖਿਆ ਵੀ ਸਾਰੇ ਚੰਗੇ ਘਰਾਂ ਦੇ ਬੱਚੇ ਆਉਂਦੇ, ਫੀਸ ਪੇ ਕਰਦੇ ਆ। ਅਤੇ ਸਰਕਾਰੀ ਸਕੂਲ ਦਾ ਅਤੇ ਪ੍ਰਾਈਵੇਟ ਸਕੂਲ ਦਾ ਮੈਂ ਉੱਥੇ 6 ਮਹੀਨੇ ਲਾਏ। ਜ਼ਮੀਨ ਅਸਮਾਨ ਦਾ ਫਰਕ ਸੀ। ਹਾਂ, ਅਸੀਂ ਪੂਰਾ ਕੰਮ ਕਰਦੇ ਸੀ। ਸਾਡੀ ਜਿਹੜੀ ਐਜੂਕੇਸ਼ਨ ਅਸੀਂ ਇੰਪਾਰਟ ਕਰਦੇ ਸੀ, ਮੈਂ ਮੈਥ ਦਾ ਟੀਚਰ ਸੀ, ਰਿਜ਼ਲਟ ਓਰੀਐਂਟਡ ਸੀ ਵੀ ਕਿੰਨੇ ਪਰਸੈਂਟ ਬੋਰਡ 'ਚ ਕੀ ਪਰਸੈਂਟੇਜ ਟਾਰਗੇਟ ਸੀ ਸਾਡੇ। ਉੱਥੋਂ ਫਿਰ ਮੈਨੂੰ
1 ਸਾਲ ਕੰਮ ਕਰਕੇ ਖਿਆਲ ਹੋਇਆ ਵੀ ਇਸ ਕੁਆਲਿਟੀ ਐਜੂਕੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਠੀਕ ਹੈ। ਤੇ ਫਿਰ ਅਸੀਂ ਮੈਂ ਤੇ ਇੱਕ ਮਿਸਟਰ ਰੰਧਾਵਾ ਸੀ, ਗੁਰਦਰਸ਼ਨ ਰੰਧਾਵਾ, ਉਹ ਸੀਗੇ MA ਇੰਗਲਿਸ਼ ਐਂਡ ਪੰਜਾਬੀ, ਮੇਰੀ ਸੀਗੀ ਮੈਥਮੈਟਿਕਸ ਦੀ MSc ਸਾਇੰਸ। ਅਸੀਂ ਦੋਨਾਂ ਨੇ 1976 'ਚ ਇਹ ਸਕੂਲ ਜਿਹੜਾ ਬੰਗੇ ਆ ਕੇ ਸਟਾਰਟ ਕਰਨ ਵਾਸਤੇ ਇੱਕ ਰੈਂਟਡ ਬਿਲਡਿੰਗ ਲਿੱਤੀ। ਉੱਥੋਂ ਫਿਰ ਅਸੀਂ ਕਿਰਾਏ ਦੀ ਬਿਲਡਿੰਗ 'ਚ ਯੰਗ ਏਜ 'ਚ ਸਟਾਰਟ ਕਰਤਾ। ਬੜਾ ਔਖਾ ਸਟੈਪ ਸੀਗਾ। ਲੋਕ ਸਰਕਾਰੀ ਨੌਕਰੀ ਨੂੰ ਉਦੋਂ ਤਰਸਦੇ ਹੋਣਗੇ, ਅੱਜ ਵੀ ਤਰਸਦੇ ਨੇ। ਤੁਸੀਂ ਸਰਕਾਰੀ ਛੱਡ ਕੇ ਪ੍ਰਾਈਵੇਟ ਸੈਕਟਰ ਦੇ ਵਿੱਚ ਆ ਗਏ ਤਾਂ ਇੱਕ ਚੈਲੰਜ ਮੰਨਦੇ ਸੀਗੇ ਉਸ time? ਸੁਖਵਿੰਦਰ ਜੀ, ਅਸੀਂ ਮਿਸ਼ਨਰੀ ਸੀ। ਸਾਡੇ ਦਿਮਾਗ 'ਚ ਵੀ ਪਹਿਲਾਂ ਐਜੂਕੇਸ਼ਨ 'ਚ ਜੋ ਕਰਪਸ਼ਨ ਖਤਮ ਕਰੀਏ, ਚੰਗੇ ਸਿਟੀਜ਼ਨ ਪੈਦਾ ਕਰੀਏ, ਤਾਂ ਹੀ ਕੰਟਰੀ ਦਾ ਸੁਧਾਰ ਹੋਏਗਾ। ਤੇ ਰੰਧਾਵਾ ਵੀ ਯੰਗ ਸੀ, ਉਹਦੇ ਆਰਟ ਸਬਜੈਕਟ ਸੀ, ਮੇਰੇ ਸਾਇੰਸ ਐਂਡ ਮੈਥ ਸੀ। ਇਹਨਾਂ ਸਬਜੈਕਟਾਂ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਤੇ ਅਸੀਂ ਆਲਮੋਸਟ 50 ਬੱਚਿਆਂ ਤੋਂ ਸਟਾਰਟ ਕਰਤਾ। ਜ਼ਰੂਰਤ ਬਹੁਤ ਜ਼ਿਆਦਾ ਸੀ। ਚੰਗੀ ਜਿਹੜੀ ਕਰੀਮ ਸੀ, ਡਾਕਟਰ ਸੀ, ਪ੍ਰੋਫੈਸਰ ਸੀ, ਉਹ ਵਧੀਆ ਐਜੂਕੇਸ਼ਨ ਚਾਹੁੰਦੇ ਸੀ। ਔਰ ਉਸ ਵੇਲੇ DAV ਮਾਡਲ ਸਕੂਲ ਜਾਂ ਪ੍ਰਾਈਵੇਟ ਮਾਡਲ ਸਕੂਲਾਂ ਦਾ ਰਿਵਾਜ ਸੀ ਤੇ ਇੰਗਲਿਸ਼ ਮੀਡੀਅਮ ਜਿਹੜੇ ਸਕੂਲ ਸੀ ਘੱਟ ਸੀ। ਤੇ ਅਸੀਂ ਬੰਗੇ 'ਚ ਇੱਕ ਡਿਫਰੈਂਟ ਐਜੂਕੇਸ਼ਨ ਜਿਹੜੀ ਹੈ 2 ਮਹੀਨੇ 'ਚ ਹੀ ਲੋਕਾਂ ਨੂੰ ਦਿਖਾਤੀ ਵੀ ਇਹ ਡਿਫਰੈਂਟ ਹੈ। ਹਾਂ, ਉਸ ਸਮੇਂ ਨੂੰ ਤੇ ਜਦੋਂ ਅੱਜ ਦੇ ਸਮੇਂ ਨੂੰ ਅੱਜ ਦੇਖਦੇ ਹੋ, ਜਿੱਥੇ ਅੱਜ ਸਤਲੁਜ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਖੜਾ ਹੈ, ਜਿੱਥੇ ਦੇ ਵਿਦਿਆਰਥੀ ਅੱਜ ਪੜ੍ਹ ਕੇ ਕੋਈ ਅਮਰੀਕਾ ਦੇ ਵਿੱਚ ਜੌਬ ਕਰ ਰਿਹਾ, ਕੋਈ ਕੈਨੇਡਾ ਦੇ ਵਿੱਚ ਜੌਬ ਕਰ ਰਿਹਾ, ਕੋਈ ਹਾਇਰ ਸਟੱਡੀਜ਼ ਦੇ ਵਾਸਤੇ ਗਿਆ, ਉਹ 40-45 ਸਾਲ ਦਾ ਵਕਫਾ ਹੋ ਗਿਆ ਹੋਊਗਾ। ਕਿੰਨਾ ਕਿਸ ਤਰੀਕੇ ਦਾ ਮਿਹਨਤ ਦੇਖੀ, ਫਿਰ ਕਿੰਨੇ ਉਤਰਾਅ ਚੜਾਅ ਦੇਖੇ, ਔਰ ਅੱਜ ਕਿੱਥੇ ਖੜਾ ਦੇਖ ਰਹੇ ਹੋ ਸਕੂਲ? ਹਾਂ ਸੁਖਵਿੰਦਰ ਜੀ, ਇੱਦਾਂ ਹੀ ਹੈ। ਜਦ ਅਸੀਂ 2 ਮਹੀਨੇ ਮਿਹਨਤ ਕੀਤੀ ਤੇ ਸਾਨੂੰ ਰਿਜ਼ਲਟ ਬਹੁਤ ਚੰਗੇ ਮਿਲੇ। ਤੇ ਫਿਰ ਸਾਡਾ ਇਹ ਸਟਾਰਟਿੰਗ ਜਨਵਰੀ 'ਚ ਹੋਇਆ ਸੀ। ਜਾਂ ਅਪ੍ਰੈਲ 'ਚ ਐਡਮਿਸ਼ਨ ਹੋਇਆ ਤਾਂ ਸਾਡੇ ਕੋਲ ਚੰਗੇ ਜਿਹੜੇ ਲੋਕ ਆ, ਉਹਨਾਂ ਨੇ ਸਾਨੂੰ ਸੁਜੈਸ਼ਨ ਦਿੱਤੀ ਵੀ ਇੱਕ ਤੁਸੀਂ ਕੈਂਪਸ ਬੜਾ ਲਓ ਤੇ ਇਹ ਲੋੜ ਹੈ ਐਸੀ ਚੰਗੀ ਐਜੂਕੇਸ਼ਨ ਦੀ ਹੁਣ। ਤੇ ਉਸ ਵੇਲੇ ਫਿਰ ਅਸੀਂ ਇੱਕ ਬਿਲਡਿੰਗ ਹੋਰ ਬੜੀ ਲੈ ਲਈ ਰੇਲਵੇ ਰੋਡ 'ਤੇ। ਫਿਰ 4-5 ਸਾਲ ਉੱਥੇ ਲਾਏ, ਠੀਕ ਹੈ ਜੀ। ਤੇ ਉਹਦੇ ਵਿੱਚ ਸਾਡੇ ਕੋਲ ਚੰਗੇ ਬੱਚੇ ਸੀ ਸਾਰੇ। ਔਰ ਮੈਂ ਤੇ ਰੰਧਾਵੇ ਨੇ 8-8 9 ਪੀਰੀਅਡ ਲਾ ਕੇ ਸਟਾਰਟਿੰਗ ਫਰੋਮ ਨਰਸਰੀ LKG UKG। ਤੇ ਅਸੀਂ ਫਿਰ ਉਹ ਕਲਾਸਿਸ ਨੂੰ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਪੂਰੀ ਡੈਡੀਕੇਸ਼ਨ ਨਾਲ ਕਰਾਉਣਾ, ਨਾਲ ਹੋਮਵਰਕ ਕਰਾ ਕੇ ਘਰ ਭੇਜਣਾ। ਸੋ ਅਸੀਂ ਬੰਗੇ 'ਚ ਇੱਕ ਡਿਫਰੈਂਟ ਐਜੂਕੇਸ਼ਨ ਦਾ ਸਿਸਟਮ ਸੈੱਟ ਕਰਤਾ। ਜਦੋਂ ਸਰ ਸ਼ੁਰੂਆਤ ਕੀਤੀ ਸੀਗੀ, ਉਦੋਂ ਕਿੰਨੀਆਂ ਕਲਾਸਿਸ ਤੋਂ, ਕਿੰਨੀ ਸਟਰੈਂਥ ਤੋਂ? ਤੁਸੀਂ ਦੱਸਿਆ 50 ਵਿਦਿਆਰਥੀਆਂ ਤੋਂ ਸ਼ੁਰੂਆਤ ਕਰ ਲਈ ਸੀਗੀ। ਕਿੰਨੀਆਂ ਕਲਾਸਿਸ ਨੂੰ ਸ਼ੁਰੂਆਤ ਕੀਤੀ ਸੀ? ਫਿਰ 10ਵੀਂ +2 ਤੱਕ ਲਾਇਆ ਫਿਰ ਤੁਸੀਂ? ਨਹੀਂ ਸੁਖਵਿੰਦਰ ਜੀ, ਅਸੀਂ ਸਟਾਰਟ ਕੀਤਾ LKG UKG ਫਸਟ ਸੈਕਿੰਡ। ਅਸੀਂ ਆਪਣੇ ਜਿਹੜੇ ਪ੍ਰੋਡਕਟ ਸੀ ਉਹਨੂੰ ਤਿਆਰ ਕਰਕੇ ਅੱਗੇ ਲੈ ਕੇ ਜਾਣਾ ਚਾਹੁੰਦੇ ਸੀ। ਤੇ ਇਹ ਫਿਰ ਅਸੀਂ ਸਾਰਿਆਂ ਨੇ ਡਿਵੋਟ ਕਰਨਾ, ਉਹਨਾਂ ਨੂੰ ਪੜ੍ਹਾਉਣਾ, ਹੋਮਵਰਕ ਕਰਾ ਕੇ ਐਨ ਟਿਪ ਟੈਪ ਬੈਗ ਭੇਜਣਾ। ਪੇਰੈਂਟਸ ਪੂਰੇ ਸੈਟੀਸਫਾਈ ਹੁੰਦੇ ਸੀ। ਸੋ ਸਲੋਲੀ ਐਂਡ ਸਟਡਲੀ ਸਾਨੂੰ ਰਿਸਪੌਂਸ ਮਿਲਦਾ ਗਿਆ। ਫਿਰ ਅਸੀਂ ਕਨਵੇਂਸ ਲੈ ਲਈ, ਫਰਨੀਚਰ ਸੈਟਅਪ ਕਰਤਾ, ਹਾਂਜੀ। ਸਕੂਲ ਨੂੰ ਰੈਨੋਵੇਟ ਐਨਵਾਇਰਨਮੈਂਟ ਬਣਾਉਣਾ ਸ਼ੁਰੂ ਕਰਤਾ, ਹਾਂਜੀ। ਸੋ ਸਲੋਲੀ ਐਂਡ ਸਟਡਲੀ, ਠੀਕ ਹੈ। ਅਸੀਂ ਫਿਰ ਇਹ ਜਗ੍ਹਾ 1980 'ਚ ਲੈ ਲਈ। ਕਜਲਾ ਰੋਡ 'ਤੇ ਅਸੀਂ ਆਲਮੋਸਟ 8 ਕਨਾਲ ਜਗ੍ਹਾ ਲੈ ਲਈ, ਠੀਕ ਹੈ। ਅਤੇ ਸਕੂਲ 'ਚ ਉੱਦਾਂ ਹੀ ਰੈਂਟਡ ਬਿਲਡਿੰਗ ਚੱਲਦਾ ਰਿਹਾ। ਇਹ ਬਿਲਡਿੰਗ ਅਸੀਂ ਸ਼ੁਰੂ ਬਣਾਉਣੇ ਪਹਿਲਾਂ 6 ਕਮਰੇ ਬਣਾਏ, ਉਹਦੇ ਨਾਲ ਫਿਰ ਉਹ ਇੱਧਰ ਸ਼ਿਫਟ ਹੋ ਗਿਆ, ਠੀਕ ਹੈ। ਸੀਨੀਅਰ ਸਕੂਲ ਇੱਧਰ ਲਿਆਂਦਾ, ਐਲੀਮੈਂਟਰੀ ਸਕੂਲ ਉੱਧਰ ਚੱਲਦਾ ਰਿਹਾ। ਅਤੇ ਸਲੋਲੀ ਕਰਦੇ ਕਰਦੇ ਕਦੇ 2 ਰੂਮ, ਕਦੇ 3 ਰੂਮ, ਓਕੇ। ਸੋ ਸਿੰਸ 1976 ਤੋਂ ਲੈ ਕੇ ਅਤੇ ਉਸ ਤੋਂ ਬਾਅਦ ਸਾਡੇ ਰੰਧਾਵਾ ਜੀ ਨੂੰ ਕੋਈ ਸੀਰੀਅਸ ਏਲਮੈਂਟ ਹੋ ਗਈ, ਬਿਮਾਰੀ ਹੋ ਗਈ, ਬਹੁਤ ਇਲਾਜ ਕਰਾਇਆ। ਅਕਤੂਬਰ 1984 'ਚ ਉਹਨਾਂ ਦੀ ਡੈਥ ਹੋ ਗਈ। ਪੁਨੀਤ ਸਾਹਿਬ, ਜਿਵੇਂ ਇੱਕ ਬੜਾ ਸਲੋਲੀ ਅਤੇ ਸਟੈਡਲੀ ਤੁਸੀਂ ਕਿਹਾ ਵੀ ਬੜੀ ਮਿਹਨਤ ਦੇ ਨਾਲ ਅੱਜ ਇਸ ਮੁਕਾਮ ਤੱਕ ਪਹੁੰਚੇ ਹੋ, ਉਹ ਚੀਜ਼ਾਂ ਨੂੰ ਯਾਦ ਕਰਕੇ ਜਦੋਂ ਅੱਜ ਤੁਹਾਡੇ ਬੱਚੇ ਪੜ੍ਹ ਕੇ ਅਮਰੀਕਾ ਕੈਨੇਡਾ ਦੇ ਵਿੱਚ ਅੱਜ ਵੀ ਤੁਹਾਨੂੰ ਦੇਖ ਰਹੇ ਹੋਣਗੇ, ਮਨ ਭਾਵੁਕ ਵੀ ਹੁੰਦਾ ਹੋਊਗਾ, ਖੁਸ਼ੀ ਦੇ ਵਿੱਚ ਭਾਵੁਕ ਹੁੰਦਾ ਹੋਊਗਾ। ਅੱਜ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਉਹਨਾਂ ਬੱਚਿਆਂ ਨੂੰ ਤੁਹਾਨੂੰ ਦੇਖ ਰਹੇ ਹੋ? ਡੈਫੀਨੇਟਲੀ ਜਿਹੜੇ ਬੱਚੇ ਸਾਡੇ ਤੋਂ ਪੜ੍ਹ ਕੇ ਗਏ ਆ ਉਹ ਓਨੈਸਟਲੀ ਔਰ ਪੂਰੀ ਡੈਡੀਕੇਸ਼ਨ ਨਾਲ ਆਪਣੀ ਜੋਬਾਂ ਕਰ ਰਹੇ ਆ। ਉਹਨਾਂ ਦਾ ਉਸ ਫੀਲਡ 'ਚ ਪੂਰਾ ਨਾਂ ਹੈ।
ਜਿੱਦਾਂ ਇੱਕ ਮੇਰਾ ਸਟੂਡੈਂਟ ਹੈ ਨਿਊਯਾਰਕ 'ਚ, ਉਹ ਗੈਸਟਰੋਐਂਟਰੋਲੋਜੀ ਦਾ ਜਸਪ੍ਰੀਤ ਸਿੰਘ ਟੌਪ ਡਾਕਟਰ ਹੈ ਨਿਊਯਾਰਕ ਦਾ। ਸਿਮਿਲਰਲੀ ਕੈਲੀਫੋਰਨੀਆ 'ਚ ਕਈ ਡਾਕਟਰ ਹੈ, ਉਹ ਪੂਰੀ ਡੈਡੀਕੇਸ਼ਨ ਨਾਲ ਦਿਲੋਂ ਸੇਵਾ ਵੀ ਕਰ ਰਹੇ ਹੈ ਅਤੇ ਆਪਣੀ ਲਿਵਿੰਗ ਵੀ ਕਮਾ ਰਹੇ ਹੈ। ਇਸ ਤਰ੍ਹਾਂ ਹੀ ਕਈ ਇੰਜੀਨੀਅਰਿੰਗ ਹੈ, ਸੌਫਟਵੇਅਰ ਇੰਜੀਨੀਅਰ ਹੈ, ਸਿਲੀਕਨ ਵੈਲੀ 'ਚ ਹੈ, ਇੱਥੇ ਬੰਗਲੌਰ 'ਚ ਹੈ, ਦਿੱਲੀ 'ਚ ਹੈ। ਸੋ ਜਿਹੜੇ ਸਟੂਡੈਂਟ ਅਸੀਂ ਸੁਖਵਿੰਦਰ ਜੀ ਇਸ ਕਰਕੇ ਪੜ੍ਹਾਈ ਹੈ ਵੀ ਉਹ ਚੰਗੇ ਸਿਟੀਜ਼ਨ ਅਸੀਂ ਪੈਦਾ ਕਰੀਏ, ਹਾਂ, ਤਾਂ ਕਿ ਉਹ ਆਪਣੀ ਕੰਟਰੀ ਦੀ, ਆਪਣੀ ਸਟੇਟ ਦੀ ਅਤੇ ਸੇਵਾ ਭਾਵਨਾ ਨਾਲੋਂ ਵੀ ਕੰਮ ਕਰਨ, ਜਿੱਦਾਂ ਅਸੀਂ ਅੱਜ ਵੀ ਕਰ ਰਹੇ ਹਾਂ, ਠੀਕ ਹੈ, ਅਤੇ ਇੱਕ ਚੰਗੀ ਡਾਇਰੈਕਸ਼ਨ ਅਗਲੀ ਜਨਰੇਸ਼ਨ ਨੂੰ ਦੇਣ। ਹਾਂ ਸਰ, ਗੱਲਬਾਤ ਕਰਨ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ। ਬਹੁਤ ਚੰਗਾ ਲੱਗਾ ਅੱਜ ਤੁਸੀਂ ਉਹ ਦਾਨ ਜੋ ਤੁਸੀਂ ਕਿਸੇ ਆਪਣੇ ਗੁਰੂਆਂ ਤੋਂ ਲਿਆ ਹੋਊਗਾ ਉਸ ਦਾਨ ਨੂੰ ਅੱਗੇ ਵਧਾ ਰਹੇ ਹੋ, ਉਸ ਨੂੰ ਬੀਜ ਰਹੇ ਹੋ, ਵੰਡ ਰਹੇ ਹੋ, ਔਰ ਅੱਜ ਬਹੁਤ ਸਾਰੇ ਬੱਚੇ ਆਪਣੇ ਪੈਰਾਂ 'ਤੇ ਖੜ੍ਹ ਰਹੇ ਨੇ, ਸਤਲੁਜ ਪਬਲਿਕ ਸਕੂਲ ਦੇ ਵਿੱਚੋਂ ਪੜ੍ਹ ਕੇ ਚੰਗੇ ਮੁਕਾਮ ਹਾਸਲ ਕਰ ਰਹੇ ਨੇ। ਅਸੀਂ ਕੋਸ਼ਿਸ਼ ਕਰਾਂਗੇ ਅੱਜ ਤੁਹਾਡੇ ਉਹਨਾਂ ਸਾਰੇ ਸਟੂਡੈਂਟਸ ਨੂੰ ਤੁਹਾਡੇ ਸਕੂਲ ਦਾ ਗੇੜਾ ਵੀ ਦਵਾਈਏ, ਔਰ ਵੱਖ-ਵੱਖ ਅਕੈਡਮਿਕਸ ਤੋਂ ਲੈ ਕੇ ਪਲੇਗਰਾਊਂਡਸ ਤੋਂ ਲੈ ਕੇ ਜੋ ਤੁਹਾਡੇ ਕਲਚਰਲ ਐਕਟੀਵਿਟੀਜ਼ ਹੈਗੀਆਂ ਨੇ ਉਹਨਾਂ 'ਤੇ ਵੀ ਥੋੜ੍ਹੀ ਝਾਤ ਮਰਾਈਏ, ਉਹਨਾਂ ਦਾ ਬਚਪਨ ਜਿਹੜਾ ਉਹ ਵੀ ਤਾਜ਼ਾ ਕਰਵਾਈਏ। ਤਾਂ ਆਪਾਂ ਹੁਣ ਅੱਗੇ ਚੱਲਾਂਗੇ, ਪ੍ਰਿੰਸੀਪਲ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਤੋਂ ਥੋੜ੍ਹਾ ਸਕੂਲ ਦਾ ਰਾਊਂਡ ਲੈਂਦੇ ਹਾਂ ਔਰ ਥੋੜ੍ਹਾ ਮਾਹੌਲ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਗੱਲਬਾਤ ਕਰਨ ਲਈ ਸਰ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਤਾਂ ਫਿਰ ਆਓ ਚੱਲਦੇ ਹਾਂ, ਨਾਲੇ ਤਾਂ ਤੁਹਾਡੀਆਂ ਯਾਦਾਂ ਤਾਜ਼ਾ ਕਰਵਾਉਂਦੇ ਹਾਂ ਅੱਜ ਸਤਲੁਜ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੰਗਾ ਦੇ ਉਹਨਾਂ ਵਿਦਿਆਰਥੀਆਂ ਦੀ ਜਿਨ੍ਹਾਂ ਨੇ ਆਪਣਾ ਬਚਪਨ ਇਸ ਸਕੂਲ ਦੀ ਚਾਰ ਦੀਵਾਰੀ ਦੇ ਵਿੱਚ ਇਹਨਾਂ ਕਲਾਸਾਂ ਦੇ ਵਿੱਚ ਬਿਤਾਇਆ, ਔਰ ਅੱਜ ਉਹ ਅਮਰੀਕਾ, ਕੈਨੇਡਾ ਵਰਗੇ ਵੱਡੇ ਮੁਲਕਾਂ ਦੇ ਵਿੱਚ ਜਾ ਕੇ ਆਪਣਾ ਭਵਿੱਖ ਵਧੀਆ ਤਰੀਕੇ ਦੇ ਨਾਲ ਬਣਾ ਰਹੇ ਨੇ। ਤਾਂ ਸਤਲੁਜ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੰਗਾ ਦੇ MD PS ਪੁਨੀਆ ਜੀ ਨਾਲ ਤੁਸੀਂ ਗੱਲਬਾਤ ਕੀਤੀ, ਕਿਸ ਤਰੀਕੇ ਦੇ ਨਾਲ ਇਸ ਸਕੂਲ ਨੂੰ ਉਹਨਾਂ ਨੇ ਸਿਰਜਿਆ, ਕਿਵੇਂ ਪਹਿਲੇ ਨੀਂਹ ਪੱਥਰ ਤੋਂ ਲੈ ਕੇ ਅੱਜ ਵੱਡੀਆਂ ਇਮਾਰਤਾਂ ਤੱਕ ਪਹੁੰਚਾਇਆ, ਸਾਰੀ ਗੱਲਬਾਤ ਤੁਸੀਂ ਸੁਣੀ ਆ। ਤਾਂ ਇੱਕ ਵਾਰ ਮੈਂ ਤੁਹਾਨੂੰ ਇਸ ਬਿਲਡਿੰਗ ਦੀ ਝਾਤ ਮਰਾਵਾਂ ਜਿਸ ਨੂੰ ਲਗਭਗ 45 ਤੋਂ 47 ਸਾਲ ਹੋ ਚੁੱਕੇ ਨੇ ਇਸ ਦਾ ਨਿਰਮਾਣ ਕਰਦਿਆਂ ਨੂੰ, ਇਸ ਨੂੰ ਬੁਲੰਦੀਆਂ ਤੱਕ ਲਿਜਾਣ ਦੇ ਲਈ। ਕਿਸ ਤਰੀਕੇ ਦੇ ਨਾਲ ਇੱਥੇ ਫੰਕਸ਼ਨਿੰਗ ਹੁੰਦੀ ਹੈ, ਕਿਸ ਤਰੀਕੇ ਦੇ ਨਾਲ ਇੱਥੇ ਪੜ੍ਹਾਈ ਬੱਚਿਆਂ ਨੂੰ ਕਰਵਾਈ ਜਾਂਦੀ ਹੈ, ਬੱਚਿਆਂ ਦੀ ਓਵਰਆਲ ਡਿਵੈਲਪਮੈਂਟ ਦੇ ਲਈ ਕਿਸ ਕਿਸ ਤਰੀਕੇ ਦੀਆਂ ਐਕਟੀਵਿਟੀਜ਼ ਕਰਵਾਈਆਂ ਜਾਂਦੀਆਂ ਨੇ, ਤਮਾਮ ਗੱਲਬਾਤ ਕਰਨ ਲਈ ਸਾਡੇ ਨਾਲ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਅਜੇ ਸ਼ਰਮਾ ਜੀ ਮੌਜੂਦ ਨੇ। ਸ਼ਰਮਾ ਸਰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਸਰ, ਥੈਂਕ ਯੂ ਸੋ ਮਚ। ਜਿਵੇਂ MD ਸਰ ਦੱਸਦੇ ਨੇ ਵੀ ਬੜੀ ਮਿਹਨਤ ਦੇ ਨਾਲ ਇਸ ਸਕੂਲ ਨੂੰ ਸਿਰਜਿਆ ਹੈ, ਇਸ ਇਮਾਰਤ ਤੋਂ ਲੈ ਕੇ ਇੱਥੋਂ ਦੇ ਜਿਹੜੇ ਪ੍ਰੋਡਕਟ ਸੀਗੇ, ਜਿਹੜੇ ਬੱਚੇ ਸੀ, ਉਹਨਾਂ ਨੂੰ ਬੜੇ ਤਰੀਕੇ ਦੇ ਨਾਲ ਤਰਾਸ਼ ਕੇ ਚੰਗੀਆਂ ਮੁਕਾਮਾਂ ਤੱਕ ਭੇਜਿਆ ਹੈ। ਤਾਂ ਜ਼ਿੰਮੇਵਾਰੀ ਤੁਹਾਡੇ 'ਤੇ ਬਹੁਤ ਵੱਡੀ ਹੈ। ਪਹਿਲਾਂ ਤਾਂ ਮੈਨੂੰ ਦੱਸਿਓ ਕਿਵੇਂ ਮਹਿਸੂਸ ਕਰਦੇ ਹੋ ਅੱਜ ਸਤਲੁਜ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਬਤੌਰ ਪ੍ਰਿੰਸੀਪਲ ਤੁਸੀਂ ਸੇਵਾਵਾਂ ਨਿਭਾ ਰਹੇ ਹੋ? Sir, I feel very proud as a principal of this institution because this is the oldest school in Banga. And when I joined the school, I met with the sir, and when I talked with him, I got his mission as how he did the work, and I felt that great responsibility he's giving to me. So it is a big I think so blessing to me that I got this opportunity, and I am trying my level best to proceed the sir mission, as he is a visionary, as you talked with him also, that he has a vision and missionary also. So it is very difficult to take that responsibility, but as I am taking the responsibility from my last schools also, so I am doing my level best under the guidance of sir, and I have this great thing that sir is always with me, and he is guided me, and we are doing the level best. Today the school is the best school in the district, even though we got the last year that best infrastructure, and this year we got a national digital award from the Federation of Punjab. ਅੱਛਾ ਸਰ, ਬਹੁਤ ਸਾਰੇ ਅਵਾਰਡਸ ਵੀ ਮਿਲੇ ਆ, ਕਿੰਨੀ ਕੁ ਸਟਰੈਂਥ ਹੈਗੀ ਹੈ ਸਕੂਲ ਦੀ, ਕਿੰਨੇ ਕੁ ਬੱਚਿਆਂ ਦੀ ਜ਼ਿੰਮੇਵਾਰੀ ਹੈਗੀ ਹੈ ਸਕੂਲ ਦੇ ਵਿੱਚ? सर हमारे पास जो है वो 800 प्लस स्टूडेंट है, क्योंकि हम ज़्यादा स्ट्रेंथ के लिए नहीं भागते हैं। हमें जो है शुरू से सर का मिशन रहा है कि एक, जैसे सर ने आपको बताया होगा कि हमारा मिशन है कि एजुकेशन का लेवल ऊंचा करने के लिए, तो वही हमारी आज भी वही कोशिश है। तो हमारे पास मोर देन 800 स्टूडेंट्स हैं। ਹੈ। ਔਰ ਜਿਵੇਂ ਮੈਂ ਦੇਖ ਰਿਹਾ ਬਹੁਤ ਬਿਲਡਿੰਗਸ ਹੈਗੀਆਂ, ਕਲਾਸਿਸ ਕਿਸ ਤਰੀਕੇ ਦੀਆਂ ਹੈਗੀਆਂ ਨੇ, ਕਿਸ ਤਰੀਕੇ ਦਾ ਸਰ ਨੇ ਵੀ ਕਿਹਾ ਵੀ ਬੜਾ ਇੱਕ ਡਿਫਰੈਂਟ ਆਪਾਂ ਮਿਸ਼ਨ ਲੈ ਕੇ ਤੁਰੇ ਸੀਗੇ, ਉਸ ਮਿਸ਼ਨ ਨੂੰ ਅੱਜ ਵੀ ਬਰਕਰਾਰ ਰੱਖਿਆ। ਤਾਂ ਉਸ ਮਿਸ਼ਨ ਨੂੰ ਮੈਂ ਥੋੜ੍ਹਾ ਜਿਹਾ ਵਿਸਥਾਰ ਦੇ ਵਿੱਚ ਜਾਣਨਾ ਚਾਹੂੰਗਾ, ਕਿਸ ਤਰੀਕੇ ਦੀਆਂ ਕਲਾਸਿਸ ਬੱਚੇ ਦੀ ਅਕੈਡਮਿਕਸ ਤੋਂ ਲੈ ਕੇ ਓਵਰਆਲ ਡਿਵੈਲਪਮੈਂਟ ਦੇ ਵਿੱਚ ਕਲਚਰਲ ਐਕਟੀਵਿਟੀਜ਼ ਹੋ ਗਈਆਂ, ਸਪੋਰਟਸ ਵਾਲਾ ਖੇਤਰ ਆ ਗਿਆ, ਤਾਂ ਕਿਸ ਤਰੀਕੇ ਦੇ ਨਾਲ ਸਾਰਾ ਸਕੈਜੂਲ ਹੁੰਦਾ ਹੈ?
सवेर तो लेकर शाम तक? सर हमारी जैसे सर ने किया हुआ है तो हमारी कोशिश है कि हम अपने विरसा जो हमारा पंजाब का विरसा है उसको भी साथ में लेके चलें और उसके रिलेटेड जो भी एक्टिविटी होती है वो हम सारी करवाते हैं। और जो टीचिंग है वो हमेशा से सर का एक विज़न रहा है, वो हमारा भी विज़न है कि बच्चों को स्किल जो है वो डेवलप की जाए। एज़ अब CBSE ने भी जो गाइडलाइन दी हुई है, जो न्यू एजुकेशन पॉलिसी है, उसमें भी यही है कि बच्चे को जो है वो स्किल ज़रूर आने चाहिए। तो हमारा जो कोशिश रहती है वो जो टीचिंग है वो हम जो है प्रैक्टिकली बच्चों को ज़्यादा करवाते हैं। हमारी सारी क्लासेस में जो है वो टच बोर्ड लगे हुए हैं, पैनल लगे हुए हैं, तो उनको एनिमेशन के थ्रू जो है हम सिखाते हैं। तो बच्चों के लिए ये बहुत एडवांटेज है कि वो विजुलाइज जैसे एक मूवी को देखते हैं वैसे वो ऑब्ज़र्व करते हैं और इन्जॉय करते हैं वो टीचिंग को। तो एक उसका बहुत बड़ा बेनिफिट जो है बच्चों को मिलता है। ਬਹੁਤ ਅੱਛਾ ਕਹਿੰਦੇ ਸਟਾਫ ਤੁਸੀਂ ਇੱਥੇ ਰੱਖਦੇ ਹੋ। ਜਦੋਂ ਸਟਾਫ ਦੀ ਚੋਣ ਹੁੰਦੀ ਹੈ ਕਿਸ ਕਿਸ ਤਰੀਕੇ ਦੀਆਂ ਉਹਦੇ ਵਿੱਚ ਖੂਬੀਆਂ ਦੇਖੀਆਂ ਜਾਂਦੀਆਂ ਨੇ? ਐਕਸਪੀਰੀਅੰਸ ਤਾਂ ਸੁਭਾਵਿਕ ਤੌਰ ਤੇ ਕਾਊਂਟ ਹੁੰਦਾ ਤਾਂ ਜੋ ਬੱਚਾ ਜਿਹੜਾ ਉਹ ਹੋਰ ਆਸਾਨੀ ਦੇ ਨਾਲ ਵਧੀਆ ਚੰਗੀਆਂ ਚੀਜ਼ਾਂ ਸਿੱਖ ਸਕੇ। ਤਾਂ ਕਿੰਨਾ ਕੁ ਸਟਾਫ ਹੈਗਾ ਜੀ? सर हमारे पास मोर देन 50 स्टाफ है और हम जो एक्सपर्ट टीचर्स हैं उनको अपॉइंटमेंट करते हैं जो कि बच्चों को सब्जेक्ट मैटर के साथ साथ उसको कनेक्टिविटी उसकी लाइफ के साथ कैसी होनी चाहिए वो सिखाते हैं। और उसको प्रॉपर पहले मंथ जो है गाइडेंस दी जाती है कि आपने किस तरह से टीच करना है, क्योंकि अपना अपना एक्सपीरियंस होता है, हर एक स्कूल का अलग एक्सपीरियंस है। लेकिन हमारा मिशन अलग है। बच्चों की जो स्किल है, स्पोकन स्किल है, इंग्लिश भी हम उनको सिखाते हैं क्योंकि बच्चों का मिशन होता है कि बाहर जाना है। तो हमारे जो बच्चे इवन दो आइल्स करते हैं उनके भी बैंड जो है वो 8.5 यहाँ तक आते हैं। तो इट इज़ द क्रेडिट गोज टू द टीचर्स ओनली वी कैन से। ਬਿਲਕੁਲ ਬਿਲਕੁਲ। ਅੱਛਾ ਸਰ, ਜਿਵੇਂ ਅਕੈਡਮਿਕਸ ਦੀ ਮੈਂ ਗੱਲ ਕਰ ਰਿਹਾ ਤਾਂ ਸਮਾਰਟ ਕਲਾਸਿਸ ਹੈਗੀਆਂ, ਉਹਦੇ ਨਾਲ ਅੱਜ ਕੱਲ੍ਹ IT ਦਾ ਯੁੱਗ ਹੈਗਾ, ਤਾਂ ਕੰਪਿਊਟਰ ਐਜੂਕੇਸ਼ਨ ਕਿਸ ਤਰੀਕੇ ਦੇ ਨਾਲ ਦਿੱਤੀ ਜਾ ਰਹੀ ਹੈ ਬੱਚਿਆਂ ਨੂੰ? ਉਹਦੇ ਵਾਸਤੇ ਅਲੱਗ ਤੋਂ ਕਲਾਸਿਸ ਜਿਹੜੀ ਥਿਊਰੀ ਅਲੱਗ ਕਰਵਾਈ ਜਾਂਦੀ ਹੈ और प्रैक्टिकली अलग लैब्स? हाँ, जो कंप्यूटर का है सर उसमें हमने 50-50 किया हुआ है कि आपने जो हमारा एग्ज़ाम भी आता है वो 50% आपका प्रैक्टिकल होगा, चाहे वो फर्स्ट क्लास का है, चाहे वो 10th क्लास का है, चाहे 9th क्लास का है। तो उसको वो CBSE की गाइडलाइन के अकॉर्डिंगली हम प्रैक्टिकली उनको बहुत ज़्यादा करवाते हैं, क्योंकि जो स्मार्ट क्लास हमने लगाई हैं बच्चे जो हैं वो वहाँ पे टीचर उनको करवा देता है, फिर वो लैब में जाते हैं, फिर लैब में 1-to-1 कंप्यूटर के ऊपर वो करते हैं। और हमारे पास जो है लेटेस्ट टेक्नोलॉजी हम प्रोवाइड करते हैं, क्योंकि ये हमारी मैनेजमेंट की विज़न है और मैनेजमेंट की हमेशा सपोर्ट रहती है कि वो हमें बहुत सपोर्ट करते हैं। जब भी हम उनको कभी भी डिमांड करते हैं कि बच्चों को ये टेक्नोलॉजी चाहिए, सो दे आर प्रोवाइडिंग टू अस। सो इट इज़ आई थिंक सो बिग सपोर्ट टू मी ऑल्सो। ਬਹੁਤ ਸਾਰੇ ਵਿਦਿਆਰਥੀ ਇੱਥੋਂ ਸਰ ਵੀ ਦੱਸ ਰਹੇ ਸੀ ਵੀ ਵਿਦੇਸ਼ਾਂ ਦੇ ਵਿੱਚ ਜਾ ਕੇ ਚੰਗੇ ਡਾਕਟਰ ਵੀ ਬਣੇ ਨੇ। ਤਾਂ ਸੁਭਾਵਿਕ ਤੌਰ ਦੇ ਉੱਤੇ ਸਾਇੰਸ ਲੈਬ ਵੀ ਤੁਹਾਡੇ ਕੋਲ ਹੈ, ਉੱਥੇ ਵੀ ਪ੍ਰੈਕਟੀਕਲ ਪੂਰਾ ਨਾਲ ਦੀ ਨਾਲ ਚੱਲਦਾ, ਇੱਕ ਪਾਸੇ ਥਿਊਰੀ ਦੇ ਉੱਤੇ ਜ਼ੋਰ ਤੇ ਦੂਸਰੇ ਪਾਸੇ प्रैक्टिकल भी उन्होंने केमिकल समझ आते होंगे? हाँ सर, उसमें भी हमने जो है स्मार्ट क्लास लगाई हुई है। उसमें स्टेप बाय स्टेप होता है, जैसे उसको डेमोन्स्ट्रेशन जो है हमने दे दी बोर्ड पे तो वो बच्चे वैसे ही करते हैं। एक बार क्लास में दिखा दिया, फिर जो हमारी लैब्स हैं उसमें भी हमने प्रोजेक्टर लगाए हुए हैं, तो वहाँ पे बच्चा देख के जो है वो डायरेक्टली वही चीज़ करता है, वो उसको समझता है, उसके माइंड में बैठ जाता है और वो भूलता नहीं है। तो वो एक पॉजिटिविटी है ना, तो वो पॉजिटिविटी है। तो इसीलिए हमारे बच्चे जो हैं यहाँ पे भी, जो इंडिया में भी हैं, ऐसे नहीं है कि सारे बाहर हैं, जहाँ पे भी है बड़े बड़े बिजनेसमैन हैं, ठीक है, बहुत अच्छी पोस्ट पे गवर्नमेंट जॉब कर रहे हैं। सो दे ऑलवेज फील प्राउड व्हेन दे आर कमिंग, वी आर कॉलिंग देम आल्सो, सो दे फील्ड प्राउड ऑलवेज। ਅੱਛਾ, ਮੈਨੂੰ ਸਰ ਇੱਕ ਬਹੁਤ ਸਾਰੀ ਖੂਬਸੂਰਤ ਬੜੀ ਜਿਹੜੀ ਗੱਲ ਲੱਗੀ ਹੈ, ਜਦੋਂ ਬੱਚਾ ਸਵੇਰੇ ਆਉਂਦਾ, ਸਵੇਰੇ ਪਰਮਾਤਮਾ ਦਾ ਨਾਮ ਲੈਂਦਾ ਹੈ, ਇੱਕ ਚੰਗੀ ਸ਼ੁਰੂਆਤ ਦਿਨ ਦੀ ਕੀਤੀ ਜਾਂਦੀ ਹੈ। ਅਸੈਂਬਲੀ ਫਿਰ ਇੱਥੇ ਹੀ ਲੱਗਦੀ ਹੈ ਬੱਚਿਆਂ ਦੀ, ਇੱਥੇ ਹੀ ਸਾਰਾ ਕੁਝ ਸ਼ੁਰੂਆਤ ਦਿਨ ਦੀ ਕਰਵਾਈ ਜਾਂਦੀ ਬੱਚਿਆਂ ਨੂੰ? हाँ सर, एक्चुअली जैसे हमारी ये होता है कि बच्चों को पहले जो है, जैसे हर एक चीज़ परमात्मा के अंडर है, तो हमारा होता है कि बच्चों को उस परमात्मा के साथ भी जोड़ा जाए। तो उसके अकॉर्डिंगली जो है शब्द भी करवाया जाता है, गायत्री मंत्र भी करवाया जाता है, प्रेयर भी करवाई जाती है। और देश के जोड़ने के लिए नेशनल एंथम है और हमारी जो है वो स्पीच बच्चे करते हैं। और बच्चों को की स्टेज फियर ना हो तो उनको फॉरवर्ड लाया जाता है, उनमें हर एक बच्चे को चांस दिया जाता है कि वो उसने स्टेज पे आके जो है प्रेयर में मतलब सभी बच्चों के सामने जो है वो अपना जो भी वो बोलना चाहता है, न्यूज़ है वहाँ पे कोई स्पीच देनी है, किसी टॉपिक पे बोलना है, ठीक है, तो वोकेबलरी वर्ड होता है, वो सहारा जो है वो एक्सप्लेन करता है। उससे क्या होता है कि उसका जो कॉन्फिडेंस लेवल है वो इंक्रीज़ हो जाता है और वो उसके आगे आने वाली लाइफ में उसको जो है वो मदद करता है। ਔਰ ਖੇਡਾਂ ਦਾ ਬਹੁਤ ਮਹੱਤਵ ਹੈ ਹਰ ਇਨਸਾਨ ਦੀ ਜ਼ਿੰਦਗੀ 'ਚ। ਕਹਿੰਦੇ ਗਰਾਊਂਡ ਦੇ ਵਿੱਚ ਬੰਦਾ ਜਾ ਕੇ ਵੈਸੇ ਵੀ ਦੋ ਗੇੜੇ ਤੁਰ ਕੇ ਵੀ ਲਾ ਲੇ ਤਾਂ ਸਿਹਤ ਪੱਖੋਂ ਬੰਦਾ ਤੰਦਰੁਸਤ ਰਹਿੰਦਾ
ਹੈ। ਮੈਂ ਦੇਖ ਰਿਹਾ ਸੀ ਇੰਡੋਰ ਸਟੇਡੀਅਮ ਤੱਕ ਤੁਸੀਂ ਬਣਾਏ ਹੋਏ ਨੇ ਇੱਥੇ, ਤਾਂ ਇਹ ਮੈਨੂੰ ਲੱਗਦਾ ਨਹੀਂ ਵੀ ਬੰਗਾ ਦੇ ਵਿੱਚ ਕਿਸੇ ਹੋਰ ਸਕੂਲ ਦੇ ਵਿੱਚ ਮੈਂ ਇੰਡੋਰ ਸਟੇਡੀਅਮ ਦੇਖੇ ਹੋਣ। ਤਾਂ ਇਹ ਸਪੋਰਟਸ ਨੂੰ ਲੈ ਕੇ ਵੀ ਇੱਕ ਵੱਖਰਾ ਵਿਜ਼ਨ ਹੈ, ਬੱਚੇ ਤੰਦਰੁਸਤ ਤਾਂ ਹੋਣਗੇ ਪਰ ਖੇਡਾਂ ਦੇ ਵਿੱਚ ਵੀ ਮੱਲਾ ਮਾਰਨਗੇ। बिल्कुल सर, आपने बहुत ठीक बात बोली है। हमारी जो है मतलब स्पोर्ट्स जो है डिस्ट्रिक्ट में जो है वो बेस्ट हैं, और इस बार हमारे जो हैं मतलब 5 बच्चे नेशनल में भी गए हैं। ठीक है, मतलब हर साल का ये है कि बच्चे जो है हमने कोच रखा हुआ है, इंफ्रास्ट्रक्चर हमने देख ही लिया है ना। तो बच्चों को बेस्ट फैसिलिटी प्रोवाइड करने का हमारा मिशन है कि हमारे बच्चे ये ना फील करें कि एक छोटे से टाउन में उनको जो है वो बड़े टाउन वाली फैसिलिटी नहीं मिल रही है। तो हमारा ये मिशन है सर कि बच्चे की ओवरऑल डेवलपमेंट हो, चाहे वो गेम की है, चाहे एकेडमिक की है, चाहे स्किल की है, वो सारी की सारी जो है उसमें क्वालिटी होनी चाहिए। जब वो पास आउट होकर निकलता तो उसको ये ना फील हो कि यार मेरा ये रह गया, मेरा वो रह गया। हर एक बच्चे को जो है वो चांस दिया जाता है कि किसी ना किसी वो गेम में पार्टिसिपेट करे। तो इसीलिए आपने देखा है कि इंडोर जो हमने बनाया हुआ है, आउटडोर बहुत अच्छा है। ऊपर एक्टिविटी के लिए ऑडिटोरियम है, मतलब कोई भी फंक्शन होता है, कोई भी एक्टिविटी ਆਉਣ ਲੱਗਾ ਸੀਗਾ, ਉਹ ਆਪਾਂ ਯੂਨੀਵਰਸਿਟੀਜ਼ ਦੇ ਵਿੱਚ ਆਮ ਤੌਰ ਦੇ ਉੱਤੇ ਦੇਖਦੇ ਜਾਂ ਜੋ ਬਹੁਤ ਵੱਡਾ ਕੋਈ ਕਾਲਜ ਹੈ ਉੱਥੇ ਕਈ ਵਾਰ ਇਦਾਂ ਦੇ ਆਡੀਟੋਰੀਅਮ ਦੇਖਣ ਨੂੰ ਮਿਲਦੇ। ਪਰ ਬੰਗਾ ਇੱਕ ਬਹੁਤ ਛੋਟਾ ਜਿਹਾ ਸ਼ਹਿਰ ਹੈ, ਪਰ ਇਸ ਸ਼ਹਿਰ ਦੇ ਵਿੱਚ ਇੰਨਾ ਵੱਡਾ ਵਿਜ਼ਨ, ਜਿੱਥੇ ਇੱਕ ਵੱਡਾ ਸਕੂਲ ਚੰਗੀ ਐਜੂਕੇਸ਼ਨ ਦੇਣ ਦਾ ਜ਼ਿੰਮਾ ਹੈ, ਤਾਂ ਉੱਥੇ ਦੂਸਰੇ ਪੱਖ ਤੋਂ ਜੇ ਕਲਚਰਲ ਦੇ ਵਾਲੇ ਪੱਖ ਤੋਂ ਕਹਿ ਲਈਏ ਤਾਂ ਉਹ ਵੀ ਬਹੁਤ ਖੂਬਸੂਰਤ ਚੀਜ਼ਾਂ ਬਣਾ ਕੇ ਦਿੱਤੀਆਂ ਗਈਆਂ ਨੇ। ਆਡੀਟੋਰੀਅਮ ਦਾ ਆਈਡੀਆ ਕਿਵੇਂ ਆਇਆ ਸੀਗਾ? ਇਹ ਤਾਂ ਮੈਨੂੰ ਲੱਗਦਾ ਨਹੀਂ ਵੀ ਯੂਨੀਵਰਸਿਟੀ ਤੋਂ ਘੱਟ ਕੋਈ ਬਣਾਉਂਦਾ, ਸਕੂਲਾਂ 'ਚ ਤਾਂ ਵੱਡੀ ਗੱਲ ਹੈ। सर ऐसे जैसे मैंने आपको बताया कि हमारी मैनेजमेंट का मिशन और मेरा मिशन यही है कि हमारे बच्चे जो हैं हर लेवल पे जाएं और हर फील्ड में जाएं। और ये गॉड ब्लेस्ड है या सर की मेहनत है कि हमारे बच्चे आपको हर एक फील्ड में मिल जाएंगे। ठीक है, मैं आपको बताना चाहता हूँ कि हमारे बच्चे जो है हर एक फील्ड में आपको कहीं ना कहीं जो है वो मिल जाएंगे। और इसी मिशन से जो है वो ऑडिटोरियम बना था कि बच्चों की जो एक्टिविटी है वहाँ पे उनको एक प्लेटफॉर्म मिले। जब वो बाहर जाते हैं, मान लो यूनिवर्सिटी में पार्टिसिपेट करते हैं, एक बड़ी स्टेज देख के थोड़ा सा उनका कॉन्फिडेंस लूज़ हो जाता है। जब वो नीचे से बड़ी स्टेज पे जाएंगे तो डेफिनेटली क्या होगा कि वो उनका कॉन्फिडेंस लेवल बिल्ट होगा और वो आई थिंक सो कहीं भी पीछे नहीं रह जाएंगे। तो वो एक दिमाग में था कि नहीं यार, एक बच्चे को जो है वो अच्छा प्लेटफॉर्म मिलेगा तो ये डेफिनेटली प्रोग्रेस करेंगे। तो उसकी वजह से ये जो है वो बिल्ड किया था। ਉਹਨਾਂ ਦਾ ਵੀ ਇੱਕ ਵੱਡਾ ਜਿਗਰਾ, ਮੈਂ ਕਹਿ ਸਕਦਾ ਵੀ ਇੱਕ ਛੋਟੇ ਸ਼ਹਿਰ ਦੇ ਵਿੱਚ ਇੰਨਾ ਵੱਡਾ ਸਕੂਲ ਖੋਲ੍ਹਣਾ ਹੈ, ਰਿਸਕ ਵੀ ਸੀਗਾ, ਕਿਤੇ ਨਾ ਕਿਤੇ ਪੈਸਾ ਕਿਤੇ ਨਾ ਫਾਈਨੈਂਸ਼ੀਅਲੀ ਆਊਗਾ ਤਾਂ ਫਿਰ ਹੀ ਇਹ ਸੰਸਥਾ ਚੱਲ ਸਕਦੀ ਹੈ, ਉਹ ਵੀ ਜ਼ਰੂਰੀ ਹੈ। ਤਾਂ ਦੂਸਰੇ ਪਾਸੇ ਤੁਸੀਂ ਚੰਡੀਗੜ੍ਹ ਦੇ ਵਿੱਚ ਵੀ ਜੌਬ ਕੀਤੀ ਹੈ ਬਤੌਰ ਤੁਸੀਂ ਅਧਿਆਪਕ, ਪ੍ਰਿੰਸੀਪਲ, ਸਾਰੇ ਸਕੂਲਾਂ ਦੇ ਵਿੱਚ ਸੇਵਾਵਾਂ ਦਿੱਤੀਆਂ ਨੇ। ਫਿਰ ਉਹ ਵੱਡਿਆਂ ਸ਼ਹਿਰਾਂ ਨੂੰ ਛੱਡ ਕੇ ਛੋਟੇ ਸ਼ਹਿਰ ਦੇ ਵਿੱਚ ਆਉਣ ਲੱਗੇ, ਮਨ ਦੇ ਵਿੱਚ ਕਦੀ ਡਰ ਤਾਂ ਨਹੀਂ ਆਇਆ ਸੀਗਾ ਵੀ ਮੈਂ ਹੁਣ ਛੋਟੇ ਸ਼ਹਿਰ ਨੂੰ ਕਿਉਂ ਜਾਵਾਂ, ਹੁਣ ਮੈਂ ਵੱਡਿਆਂ ਨੂੰ ਨਿਕਲਾਂ ਤਾਂ ਅੱਗੇ ਨੂੰ ਨਿਕਲਾਂ? ਹਰ ਬੰਦਾ ਤਰੱਕੀ ਲਈ ਵੱਡਿਆਂ ਸ਼ਹਿਰਾਂ ਨੂੰ ਭੱਜਦਾ। नहीं सर, एक्चुअली मेरा शुरू से विज़न है, क्योंकि मैं बिल्ले से बिलोंग करता हूँ और हमें पता है कि शहर में हर फैसिलिटी मिल जाती है। मेरा अपना विज़न जो है वो ये है कि बेस्ट एजुकेशन बच्चों को दी जाए, और किन बच्चों जो बड़े शहर है उसमें मिल जाती है, जो ये छोटे टाउन वाले बच्चे हैं उनको शायद वो कहीं ना कहीं लैग करते। तो मेरा अपना विज़न है कि अगर देखो बच्चा आपका प्रोग्रेस कर रहा है, आई थिंक सो दैट इज़ द बिग अचीवमेंट फॉर यू। मनी इज़ द सेकेंडरी मैटर, बट दिस इज़ बिग अचीवमेंट व्हेन वी आर गेटिंग द गुड स्टूडेंट एंड दे आर अचीविंग द गुड गोल। सो आई थिंक सो वहाँ पे फिर आपको ये नहीं दिखता कि बड़ा शहर है या छोटा शहर है। आप छोटे शहर में भी आपने देखा ही है कि हमने वो फैसिलिटी दिया। आई थिंक सो चंडीगढ़ में भी किसी स्कूल में इतना बड़ा ऑडिटोरियम नहीं होगा जो हमने बंगा में दिया। तो दिस इज़ द मिशन ओनली। ਅੱਛਾ ਸਰ, ਕਿੰਨਾ ਕੁ ਏਰੀਆ ਕਵਰ ਕਰਦੇ ਹੋ? ਲਗਭਗ 700-800 ਸਟੂਡੈਂਟ ਤੁਹਾਡੇ ਕੋਲ ਹੈਗਾ, ਤਾਂ ਕਿੰਨਾ ਕੁ ਏਰੀਆ ਤੱਕ ਜਦੋਂ ਬੱਚੇ ਆਉਂਦੇ ਨੇ ਤਾਂ ਕੀ ਉਹਨਾਂ ਦਾ ਜ਼ਰੀਆ ਹੈਗਾ ਆਉਣ ਦਾ, ਕਿਵੇਂ ਬੱਚੇ ਪਹੁੰਚਦੇ ਨੇ? सर हमारे पास 10 किलोमीटर रेडियस तक बच्चे आते हैं, क्योंकि हम ज़्यादा ट्रांसपोर्ट प्रोवाइड नहीं कर पाते हैं। तो उसके हिसाब से कुछ जो बच्चे हमारे शहर वाले बच्चे हैं, टाउन वाले बच्चे हैं, वो अपने पेरेंट्स के साथ आ जाते हैं। बाकी जो है बसेस पे आते हैं, साइकिल पे भी बच्चे आ जाते हैं। जो विलेज वाले वो साइकिल पे भी आ जाते हैं, बसेस पे भी आते हैं। वो उनका अपना कन्वीनियंस है कि कैसे आना है उन्होंने। ਵਾਤਾਵਰਨ ਦੇ ਨਾਲ ਵੀ ਕਾਫੀ ਮੈਂ ਦੇਖ ਰਿਹਾ ਵੀ ਪੌਦਿਆਂ ਵਾਲੇ ਬਾਹਰ ਆਏ ਸੀਗੇ, ਔਰ ਇੱਥੇ ਵੀ ਖੂਬਸੂਰਤੀ ਦੇ ਲਈ ਵੀ ਬੜਾ ਸ਼ਿੰਗਾਰਿਆ ਗਿਆ। ਤਾਂ ਹਰ ਪੱਖੋਂ ਇੱਕ ਸੁਖਾਵਾਂ ਮਾਹੌਲ ਕਹਿ ਲਈਏ ਜਾਂ ਇੱਕ ਚੰਗਾ ਮਾਹੌਲ ਸਿੱਖਿਆ ਨੂੰ ਹਾਸਲ ਕਰਨ ਦੇ ਵਾਸਤੇ ਕੋਸ਼ਿਸ਼ ਕੀਤੀ ਜਾਂਦੀ ਹੈ, ਉਸ ਦੇ ਉੱਤੇ ਜ਼ੋਰ ਦਿੱਤਾ ਜਾਂਦਾ।
देखो सर, आई थिंक सो एनवायरनमेंट तो अब ये कॉमन सा आपके पास मुद्दा हो गया है कि बच्चों को अगर आप अवेयर करेंगे तो घर से करना चाहिए। तो ये बच्चों के लिए अगर हम यहाँ पे एनवायरनमेंट ऐसा नहीं देंगे तो बच्चे बाहर जब जाएंगे या बाहर निकलते हैं या घर के बाहर देखते हैं तो वो ऐसा एटमॉस्फेयर जो है वो प्रोड्यूस नहीं कर पाते। इसीलिए हमने, अगर आपने देखा तो मतलब हर एक तरह आपको ग्रीनरी दिखाई देगी। तो बच्चे के भी हमने ऐसा किया होता है कि बच्चे का कभी मान लो बर्थडे है या कोई फंक्शन है तो हम उनसे पेड़ जरूर लगवाते हैं, ठीक है, क्योंकि आपको पता है कि पानी का जो स्तर है वो नीचे जा रहा है, तो डेफिनेटली उसके लिए प्लांटेशन करना ज़रूरी है अगर आपने एनवायरनमेंट को बचाना है। तो बच्चों को वो विज़न दिया जाता है कि हमारा आने वाला फ्यूचर तभी सेफ है अगर आप प्लांटेशन करेंगे। तो उसी के लेके जो है ये ग्रीनरी लगती है। ਆਖਰੀ ਸਵਾਲ ਤੁਹਾਡੇ ਤੋਂ ਸਰ, ਜਿਹੜੇ ਬੱਚੇ ਚੰਗਾ ਪੜ੍ਹਦੇ ਨੇ, ਜਿਹੜੇ ਬੱਚੇ ਵੱਧ ਮਿਹਨਤ ਕਰਦੇ ਹੋਣਗੇ, ਹਾਲਾਂਕਿ ਸਾਰੇ ਬੱਚੇ ਚੰਗੇ ਹੋਣਗੇ, ਚੰਗੀ ਸੰਸਥਾ ਦੇ ਵਿੱਚ ਪੜ੍ਹ ਰਹੇ ਨੇ, ਪਰ ਜਿਹੜੇ ਬੱਚੇ ਵੱਧ ਮਿਹਨਤ ਕਰਦੇ ਨੇ, ਚੰਗੇ ਪੋਜੀਸ਼ਨਸ ਤੇ ਆਉਂਦੇ ਨੇ ਜਾਂ ਵੱਖ-ਵੱਖ ਖੇਤਰਾਂ ਦੇ ਜਦੋਂ ਮੱਲਾਂ ਮਾਰਦੇ ਨੇ, ਤਾਂ ਸਕੂਲ ਵੱਲੋਂ ਕੁਝ ਦਿੱਤਾ ਜਾਂਦਾ ਬੱਚੇ ਨੂੰ ਉਹਦੀ ਹੌਸਲਾ ਅਫਜ਼ਾਈ ਦੇ ਲਈ, ਕੋਈ ਸਕਾਲਰਸ਼ਿਪ ਜਾਂ ਕਿਸੇ ਤਰੀਕੇ ਦੇ ਨਾਲ ਮਾਨ ਸਨਮਾਨ? हाँ बिल्कुल बिल्कुल सर, जो बच्चा अच्छा करते हैं उनको जो है उनकी फ़ीस में कंसेशन दी जाती है, या सर वैसे प्राइज़ हमारी मैनेजमेंट जो है उनको प्रोवाइड करती है कैश के तौर पे। तो बच्चों को फिर थोड़ा सा रहता है कि कंपटीशन की एक भावना होती है कि हाँ मेरे को प्राइज़ मिलेगा तो दे विल डू द हार्ड वर्क, तो वो उनके लिए एक अच्छी। मतलब पहला स्कूल होगा ਜਿਹੜਾ ਪੈਸੇ ਲੈਂਦਾ ਨਹੀਂ ਦਿੰਦਾ ਹੈ ਬੱਚਿਆਂ ਨੂੰ? नहीं सर, जैसे एक्चुअली क्या है कि ये कोई बिजनेस नहीं है, विज़न है एक, है ना। जो सर ने शुरू किया था वो एक विज़न के तौर पे शुरू किया था। तो आई थिंक सो जब आपका विज़न हो और आपकी नीयत अच्छी हो तो आई थिंक सो कोई स्कूल को बच्चों को पैसा देना कोई ज़्यादा बड़ी बात नहीं है। इवन दो जो कोविड के दौरान है हमारे पेरेंट्स के साथ हमने बहुत कोऑपरेट किया, जैसा भी वो चाहते थे हमने कोऑपरेशन उनके साथ की है। और अगर आप कंपैरिजन करें बड़े बड़े स्कूलों से, इंफ्रास्ट्रक्चर तो आपने देख ही लिया है ना, तो हमारी फ़ीस का अगर स्ट्रक्चर देखेंगे तो उनसे बहुत लो है। मतलब वो इन्वेस्टमेंट सिर्फ स्कूल में ही हो जाती है जो हम बच्चों से लेते हैं बच्चों की भलाई के लिए। हाँ जी। ਠੀਕ ਹੈ ਸਰ, ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਅਸੀਂ 2 ਮਿੰਟ ਲਈ ਤੁਹਾਡੇ ਸਟੂਡੈਂਟਸ ਦੇ ਲਵਾਂਗੇ ਕਲਾਸ ਦੇ ਵਿੱਚ ਜਾ ਕੇ, ਬੱਚਿਆਂ ਤੋਂ ਵੀ ਥੋੜਾ ਜਿਹਾ ਜਾਣਨ ਦੀ ਕੋਸ਼ਿਸ਼ ਕਰਾਂਗੇ। ਕਈ ਵਾਰ ਆਪ ਤਾਂ ਬੰਦਾ ਸਿਫਤਾਂ ਕਰ ਜਾਂਦਾ, ਪਰ ਅਸਲੀ ਜਿਹੜੀ ਆਊਟਪੁੱਟ ਆਉਣੀ ਉਹ ਬੱਚਿਆਂ ਤੋਂ ਆਉਣੀ ਹੈ। ਤਾਂ ਕੋਸ਼ਿਸ਼ ਕਰਦੇ ਹਾਂ ਕਲਾਸ ਦੇ ਵਿੱਚ ਜਾ ਕੇ 2-4 ਬੱਚਿਆਂ ਦੇ ਨਾਲ ਵੀ ਗੱਲਬਾਤ ਜਾਣਾਂਗੇ ਔਰ ਉਹਨਾਂ ਦਾ ਐਕਸਪੀਰੀਅੰਸ ਹੈ ਸਕੂਲ ਦੇ ਬਾਰੇ ਕਿਸ ਤਰੀਕੇ ਦਾ, ਕੋਸ਼ਿਸ਼ ਕਰਦੇ ਹਾਂ ਗੱਲਬਾਤ ਕਰਨ ਦੀ। ਤਾਂ ਸਤਲੁਜ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੰਗਾ ਦੇ ਵਿੱਚ ਅਸੀਂ ਮੌਜੂਦ ਹਾਂ। ਤਾਂ ਐਮਡੀ ਸਾਹਿਬ ਨਾਲ ਗੱਲ ਕੀਤੀ ਹੈ, ਪ੍ਰਿੰਸੀਪਲ ਸਰ ਨਾਲ ਗੱਲ ਕੀਤੀ ਹੈ, ਤੇ ਵਿਦਿਆਰਥੀ ਵੀ ਸਾਡੇ ਨਾਲ ਨੇ। बेटा क्या नाम है श्रद्धा। आपका? हंसिका। कौन सी क्लास में पढ़ते 10th। हो? सेम क्लास में पढ़ते हो। कैसा लगता है यहाँ पर पढ़कर? और आपके और कजन्स होंगे जो अलग अलग स्कूल्स में पढ़ते होंगे, तो यहाँ का एक्सपीरियंस अगर शेयर करना हो 2-4 लाइनों में, तो कैसे करोगे? It is very pleasant to study here. We are studying from very few years and we are very happy to study here. तो क्या बनना चाहते हो आप बड़े होकर? यहाँ से कुछ विज़न देखा होगा कि स्कूल में पढ़ रहे हैं तो यहाँ से अच्छी शिक्षा तो ले ही रहे हैं, मगर आगे जाकर बढ़ना क्या है? Engineer. इंजीनियर बनोगे? Yes. तो और भी स्कूल्स होंगे यहाँ पर बंगा में, बड़े बड़े स्कूल होंगे। यहाँ पर पढ़ने का अगर एक कारण बताना हो, यहाँ क्यों पढ़ रहे हो, क्यों यहाँ से एजुकेशन ले रहे हो? लगता है यहाँ बेस्ट एजुकेशन मिल रही है जहाँ पर जो एटमॉस्फेयर है एजुकेशन के लिए बहुत अच्छा है। Yes. ਤਾਂ ਬਿਲਕੁਲ ਖੁਸ਼ ਹੋ ਇੱਥੇ ਪੜ੍ਹ ਕੇ? ਖੁਸ਼ ਹੋ? Yes. ਤਾਂ ਬਿਲਕੁਲ ਵਿਦਿਆਰਥੀ ਵੀ ਖੁਸ਼ ਨੇ, ਤਾਂ ਟੀਚਰ ਵੀ ਇਹਨਾਂ ਦੇ ਮੌਜੂਦ ਨੇ। ਮੈਮ, ਕਿਵੇਂ ਲੱਗ ਰਿਹਾ ਜਦੋਂ ਇੱਕ ਚੰਗੀ ਸੰਸਥਾ ਦੇ ਵਿੱਚ ਹੋਵੋ ਤਾਂ ਜ਼ਿੰਮੇਵਾਰੀ ਵੱਧ ਜਾਂਦੀ ਹੈ? ਕਿਵੇਂ, ਕਿਸ ਤਰੀਕੇ ਦਾ ਐਕਸਪੀਰੀਅੰਸ? Atmosphere of school is very good, sir, and that increment also every year we are getting good. Atmosphere बिल्कुल friendly है। हाँ जी सर। ਪ੍ਰੈਸ਼ਰ ਤਾਂ ਨਹੀਂ ਰਹਿੰਦਾ ਜ਼ਿਆਦਾ? नहीं सर, बिल्कुल नहीं है। ਇਹ ਚੰਗੀ ਗੱਲ ਹੈ, ਪ੍ਰੈਸ਼ਰ ਘੱਟ ਹੋਊਗਾ ਤਾਂ ਬੰਦਾ ਹੋਰ ਮਿਹਨਤ ਕਰਦਾ। हाँ जी, सर भी कोऑपरेटिव, एमडी सर भी, प्रिंसिपल सर भी। ਅੱਛਾ, ਇੱਕ ਗੱਲ ਹੋਰ ਖਾਸ ਪ੍ਰਿੰਸੀਪਲ ਸਰ ਤੋਂ ਮੈਂ ਤੁਹਾਡੇ ਨਾਲ ਡਿਸਕਲੋਜ਼ ਕਰਨ ਜਾ ਰਿਹਾ, ਇਹ ਸਕੂਲ ਦੇ ਵਿੱਚ ਇੱਕ ਬਹੁਤ ਵੱਡੀ ਪੰਜਾਬੀ 뮤직 ਇੰਡਸਟਰੀ ਦੀ ਸੈਲੀਬ੍ਰਿਟੀ ਵੀ ਪੜ੍ਹ ਕੇ ਗਈ ਹੈ, ਅੱਜ ਵੱਡਾ ਨਾਮ ਹੈ। ਸਰ ਥੋੜਾ ਜਿਹਾ ਉਹਨਾਂ ਬਾਰੇ ਦੱਸ ਦਿਓ। सर रोशन प्रिंस जी वो हमारे स्टूडेंट रहे हैं। सिंगर ने? हाँ जी, जड़े सिंगर ने, एक्टर ने, ठीक है कि नहीं। तो हमें बहुत खुशी होती है हम जब लोगों को ये बात बताते हैं। हमारे ਉਹ ਵੀ ਤੁਹਾਨੂੰ ਕੈਨੇਡਾ ਦੇ ਵਿੱਚ ਦੇਖ ਰਹੇ ਹੋਣਗੇ, ਮੈਨੂੰ ਲੱਗਦਾ ਸ਼ਾਇਦ ਅਮਰੀਕਾ ਜਾਂ ਕੈਨੇਡਾ ਨੇ ਮੈਸੇਜ ਦੇਣਾ ਚਾਹੁੰਦੇ ਹੋ? मैं उनको यही कहना चाहता हूँ कि भगवान उनको और तरक्की दे, और वो बहुत अच्छा कर रहे हैं इंडस्ट्री में, और बढ़िया करें, ठीक है। और जब भी वो बंगा आए तो स्कूल में ज़रूर विजिट करें। ਤਾਂ ਬਿਲਕੁਲ ਰੋਸ਼ਨ ਪ੍ਰਿੰਸ ਹੁਣੀ ਪੜ੍ਹੇ ਨੇ ਇੱਥੇ, ਔਰ ਮੈਸੇਜ ਵੀ ਲਾਇਆ ਵੀ ਜੇਕਰ ਤੁਸੀਂ ਇੰਡੀਆ ਆਓ ਤਾਂ ਜ਼ਰੂਰ ਸਕੂਲ ਨੂੰ ਵਿਜ਼ਿਟ ਕਰਕੇ ਜਾਇਓ। ਤਾਂ ਹੋਰ ਸਟਾਫ ਵੀ ਹੈ। ਮੈਮ ਕੀ ਨਾਮ? बलवीर कौर। ਐਕਸਪੀਰੀਅੰਸ ਇੱਕੋ ਸ਼ਬਦ ਹੈ ਮੇਰੇ ਕੋਲ, ਸ਼ੇਅਰ ਕਰਨਾ ਹੋਵੇ 2-4 ਲਾਈਨਾਂ ਦੇ ਵਿੱਚ, ਕੀ ਮਹਿਸੂਸ ਕਰਦੇ ਹੋ ਜਦੋਂ ਇੱਥੇ ਜ਼ਿੰਮੇਵਾਰੀ ਨਿਭਾ ਰਹੇ ਹੋ?
ਐਕਸੀਲੈਂਟ, ਕਿਉਂਕਿ ਮੇਰਾ ਫਰਸਟ ਐਕਸਪੀਰੀਅੰਸ ਇੱਥੇ ਦਾ ਹੀ ਹੈ ਤੇ ਮੈਂ ਬਹੁਤ ਨੌਲੇਜ ਗੇਨ ਕੀਤੀ ਹੈ ਇੱਥੇ। ਮੈਨੂੰ ਲੱਗਦਾ ਨਹੀਂ ਸੀ ਕਿ ਮੈਂ ਮਤਲਬ ਜਿੰਨੀ ਮੇਰੀ ਕੁਆਲਿਟੀ ਹੈ ਮੈਨੂੰ ਇੱਥੇ ਆ ਕੇ ਰਿਕਗਨਾਈਜ਼ ਕੀਤਾ ਮੈਂ ਆਪਣੇ ਆਪ ਨੂੰ। ਅੱਛਾ, ਕਿਤੇ ਐਂ ਤਾਂ ਨਹੀਂ ਡਰ ਤਾਂ ਨਹੀਂ ਰਹਿੰਦਾ ਵੀ ਸਟੂਡੈਂਟ ਵੀ ਸਾਰੇ ਪਾਸ ਕਰਨੇ ਨੇ? ਅੱਜ ਕੱਲ ਇਹ ਟ੍ਰੈਂਡ ਚੱਲ ਪਿਆ ਵੱਡੇ ਸਕੂਲਾਂ ਦੇ ਵਿੱਚ ਵੀ ਉੱਤੋਂ ਪ੍ਰੈਸ਼ਰ ਰਹਿੰਦਾ ਵੀ ਨਿਆਣਾ ਫੇਲ ਵੀ ਨਹੀਂ ਹੋਣਾ ਚਾਹੀਦਾ, ਐਬਸੈਂਟ ਵੀ ਨਹੀਂ ਹੋਣਾ ਚਾਹੀਦਾ, ਤਾਂ ਇਸ ਤਰੀਕੇ ਦਾ ਪ੍ਰੈਸ਼ਰ ਤਾਂ ਨਹੀਂ ਰਹਿੰਦਾ ਜਾਂ ਮਾਹੌਲ ਵਧੀਆ ਹੈਗਾ? ਨਹੀਂ ਨਹੀਂ, ਇੱਥੇ ਇਨਵਾਇਰਨਮੈਂਟ ਬਹੁਤ ਹੀ ਅੱਛਾ ਹੈ, ਕੋਈ ਸਾਡੇ ਉੱਤੇ ਪ੍ਰੈਸ਼ਰ ਨਹੀਂ, ਕੁਝ ਨਹੀਂ। ਸਾਡੇ ਪ੍ਰਿੰਸੀਪਲ ਸਰ, ਡਾਇਰੈਕਟਰ ਸਾਰੇ ਟਾਈਮ ਟੂ ਟਾਈਮ ਸਾਨੂੰ ਗਾਈਡ ਕਰਦੇ ਰਹਿੰਦੇ ਹਰ ਇੱਕ ਕਿ ਜੋ ਵੀ ਲੇਟੈਸਟ ਟੈਕਨੋਲੋਜੀ ਦੇ ਨਾਲ ਬੱਚਿਆਂ ਨੂੰ ਵੀ, ਸਾਨੂੰ ਵੀ, ਸਟਾਫ ਨੂੰ, ਐਵਰੀਥਿੰਗ। ਤਾਂ ਬਿਲਕੁਲ ਦੇਖੋ, ਇੱਕ ਚੰਗੇ ਵਿਦਿਆਰਥੀ ਨੂੰ ਚੰਗੀ ਸਿੱਖਿਆ ਇੱਕ ਟੀਚਰ ਤਾਂ ਹੀ ਦੇ ਸਕਦਾ ਜੇਕਰ ਉਹ ਉਸਦਾ ਮਾਈਂਡ ਖੁਦ ਦਾ ਫ੍ਰੀ ਹੋਵੇ, ਉਸਦੇ ਉੱਪਰ ਬਰਡਨ ਨਾ ਹੋਵੇ, ਉਹ ਨੌਕਰੀ ਨੂੰ ਬੋਝ ਨਾ ਸਮਝਦਾ ਹੋਵੇ ਔਰ ਉਸ ਨੂੰ ਚੰਗੀ ਜ਼ਿੰਮੇਵਾਰੀ ਸਮਝ ਕੇ ਵਿਦਿਆਰਥੀਆਂ ਤੱਕ ਆਪਣੇ ਗਿਆਨ ਨੂੰ ਵੰਡ ਰਿਹਾ ਹੋਵੇ। ਤਾਂ ਸਤਲੁਜ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੰਗਾ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਨੇ। ਤਾਂ ਕੋਸ਼ਿਸ਼ ਕਰਿਓ ਇੱਕ ਵਾਰ ਤੁਸੀਂ ਵਿਜ਼ਿਟ ਜ਼ਰੂਰ ਕਰੋ ਇਸ ਸਕੂਲ ਨੂੰ, ਔਰ ਜੇਕਰ ਤੁਹਾਨੂੰ ਕੁਝ ਚੰਗਾ ਲੱਗੇ ਤਾਂ ਜ਼ਰੂਰ ਆਪਣੇ ਵਿਦਿਆਰਥੀਆਂ ਨੂੰ, ਬੱਚਿਆਂ ਨੂੰ ਸਿੱਖਿਆ ਵੀ ਇਸ ਸਕੂਲ ਤੋਂ ਦਿਵਾਉਣ ਦੀ ਕੋਸ਼ਿਸ਼ ਕਰਿਓ ਤਾਂ ਜੋ ਤੁਹਾਡੇ ਬੱਚਿਆਂ ਦਾ ਭਵਿੱਖ ਜਿਹੜਾ ਉਹ ਹੋਰ ਵੀ ਸੋਹਣਾ ਬਣ ਸਕੇ। ਫਿਲਹਾਲ ਕੈਮਰਾਮੈਨ ਰੇਸ਼ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ ਟੀਵੀ, ਸਤਲੁਜ ਸੀਨੀਅਰ ਸੈਕੰਡਰੀ ਸਕੂਲ ਬੰਗਾ।